ਪ੍ਰਾਈਮ ਡਿਬੇਟ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਯੂਰਪ ਵਿੱਚ ਸੰਗਤ ਟੈਲੀਵਿਜ਼ਨ ਅਤੇ ਉੱਤਰੀ ਅਮਰੀਕਾ ਵਿੱਚ ਗਲੋਬਲ ਪੰਜਾਬ ਦੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ। ਕੇਂਦਰ ਸਰਕਾਰ ਨੇ ਸੌਣੀ ਦੀਆਂ ਫਸਲਾਂ ਦਾ ਘੱਟੋ-ਘੱਟ ਮੁੱਲ ਤੈਅ ਕਰ ਦਿੱਤਾ ਹੈ। ਝੋਨੇ ਦੀ ਕੀਮਤ ਵਿੱਚ ਪਿਛਲੇ ਸਾਲ ਦੇ ਮੁਕਾਬਲੇ 60 ਰੁਪਏ ਪ੍ਰਤੀ ਕੁਇੰਟਲ ਵਾਧਾ ਕੀਤਾ ਗਿਆ ਹੈ। ਇਸ ਤਰ੍ਹਾਂ ਝੋਨੇ ਦੀ ਕੀਮਤ 1250 ਰੁਪਏ ਪ੍ਰਤੀ ਕੁਇੰਟਲ ਤੋਂ ਵੱਧ ਕੇ 1310 ਰੁਪਏ ਕਰ ਦਿੱਤੀ ਗਈ ਹੈ। ਕੇਂਦਰੀ ਵਿੱਤ ਮੰਤਰੀ ਪੀ ਚਿਦੰਬਰਮ ਇਸ ਵਾਧੇ ਨੂੰ ਵਾਜਬ ਕਰਾਰ ਦਿੰਦੇ ਨੇ, ਪਰ ਕਿਸਾਨ ਜਥੇਬੰਦੀਆਂ ਮਹਿੰਗਾਈ ਦੇ ਦੌਰ ਵਿੱਚ ਇਸ ਵਾਧੇ ਨੂੰ ਨਿਗੂਣਾ ਮੰਨਦੀਆਂ ਨੇ। ਕੇਂਦਰ ਸਰਕਾਰ ਨੇ ਸਾਲ 2013-14 ਦੀਆਂ ਸੌਣੀ ਦੀਆਂ ਫਸਲਾਂ ਲਈ ਘੱਟੋ-ਘੱਟ ਕੀਮਤ ਦਾ ਐਲਾਨ ਕਰ ਦਿੱਤਾ ਹੈ। ਵਿੱਤੀ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਖੇਤੀਬਾੜੀ ਦੀਆਂ ਲਾਗਤਾਂ ਅਤੇ ਕੀਮਤਾਂ ਵਾਲੇ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਪ੍ਰਵਾਨਗੀ ਦਿੰਦੇ ਹੋਏ ਸੌਣੀ ਦੀਆਂ 14 ਫਸਲਾਂ ਦੀਆਂ ਕੀਮਤਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਫਸਲਾਂ ਵਿੱਚੋਂ ਝੋਨਾ ਸਭ ਤੋਂ ਅਹਿਮ ਹੈ। ਇਸ ਥੱਲੇ ਮੁਲਕ ਵਿੱਚ ਵੱਡਾ ਰਕਬਾ ਹੈ ਅਤੇ ਆਬਾਦੀ ਦੇ ਵੱਡੇ ਹਿੱਸੇ ਦੀ ਖੁਰਾਕ ਸੁਰੱਖਿਆ ਵੀ ਚੌਲਾਂ ਨਾਲ ਜੁੜੀ ਹੋਈ ਹੈ। ਝੋਨੇ ਦੀ ਕੀਮਤ ਵਿੱਚ 60 ਰੁਪਏ ਵਾਧਾ ਕੀਤਾ ਗਿਆ ਹੈ। ਪਿਛਲੇ ਸਾਲ ਸਰਕਾਰ ਵੱਲੋਂ ਝੋਨੇ ਦੀ ਤੈਅ ਘੱਟੋ-ਘੱਟ ਕੀਮਤ 1250 ਰੁਪਏ ਸੀ ਤੇ ਹੁਣ ਇਹ ਵੱਧ ਕੇ 1310 ਰੁਪਏ ਹੋ ਗਈ ਹੈ। ਖੇਤੀਬਾੜੀ ਦੀਆਂ ਲਾਗਤਾਂ ਅਤੇ ਕੀਮਤਾਂ ਵਾਲੇ ਕਮਿਸ਼ਨ ਦੀਆਂ ਕੀਮਤਾਂ ਬਾਰੇ ਤਕਰੀਬਨ ਸਾਰੀਆਂ ਸਿਫਾਰਸ਼ਾਂ ਮੰਨ ਲਈਆਂ ਗਈਆਂ ਨੇ, ਪਰ ਕੀਮਤਾਂ ਤੋਂ ਵੱਖਰੀ ਸਿਫਾਰਸ਼ਾਂ ਨੂੰ ਪ੍ਰਵਾਨ ਨਹੀਂ ਕੀਤਾ ਗਿਆ। ਕਮਿਸ਼ਨ ਨੇ ਸਿਫਾਰਿਸ਼ ਕੀਤੀ ਸੀ ਕਿ ਅਨਾਜ ਦੀ ਬਰਾਮਦ ਖੋਲ੍ਹ ਦਿੱਤੀ ਜਾਏ ਅਤੇ ਸਰਕਾਰ 150 ਲੱਖ ਟਨ ਅਨਾਜ ਨੂੰ ਸਰਕਾਰੀ ਗੋਦਾਮਾਂ ਵਿੱਚੋਂ ਕੱਢਿਆ ਜਾਏ। ਇਸ ਦੇ ਨਾਲ ਹੀ ਖਾਦ ਦੀਆਂ ਕੀਮਤਾਂ ਉੱਤੇ ਸਰਕਾਰੀ ਪਾਬੰਦੀਆਂ ਹਟਾਈਆਂ ਜਾਣ। ਇਨ੍ਹਾਂ ਸਿਫਾਰਸ਼ਾਂ ਨੂੰ ਵਿੱਤੀ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਪ੍ਰਵਾਨ ਨਹੀਂ ਕੀਤਾ। ਮੌਜੂਦਾ ਮਾਹੌਲ ਵਿੱਚ ਝੋਨੇ ਦੀ ਘੱਟੋ-ਘੱਟ ਕੀਮਤ ਵਿੱਚ ਹੋਇਆ ਵਾਧਾ ਬਹੁਤ ਹੀ ਨਿਗੂਣਾ ਮੰਨਿਆ ਜਾ ਰਿਹਾ ਹੈ। ਡੀਜ਼ਲ ਦੀ ਕੀਮਤ ਉੱਤੋਂ ਸਰਕਾਰੀ ਕੰਟਰੋਲ ਹਟਾਏ ਜਾਣ ਤੋਂ ਬਾਅਦ ਡੀਜ਼ਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ। ਡੀਜ਼ਲ ਨੂੰ ਖੇਤੀ ਦੀ ਅਹਿਮ ਲਾਗਤ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਮਹਿੰਗਾਈ ਦੀ ਮਾਰ ਬਾਕੀ ਖੇਤੀ ਲਾਗਤਾਂ ਉੱਤੇ ਵੀ ਪਈ ਹੈ। ਸਵਾਲ ਇਹੋ ਰਹੇਗਾ ਕਿ ਕੀਮਤਾਂ ਵਿੱਚ ਮੌਜੂਦਾ ਵਾਧਾ ਖੇਤੀ ਸੰਕਟ ਵਿੱਚ ਫਸੀ ਕਿਸਾਨੀ ਉੱਤੇ ਕਿਵੇਂ ਅਸਰ-ਅੰਦਾਜ਼ ਹੋਏਗਾ। ਖੇਤੀ ਉਪਜ ਅਤੇ ਕੀਮਤਾਂ ਦਾ ਮਸਲਾ ਹਮੇਸ਼ਾ ਪੇਚੀਦਾ ਰਹਿੰਦਾ ਹੈ। ਕਿਸਾਨਾਂ ਲਈ ਲਾਹੇਵੰਦਾ ਭਾਅ ਮੌਜੂਦਾ ਖੇਤੀ ਸੰਕਟ ਨਾਲ ਜੁੜਿਆ ਅਹਿਮ ਸਵਾਲ ਹੈ। ਖੇਤੀਬਾੜੀ ਕੀਮਤਾਂ ਅਤੇ ਲਾਗਤਾਂ ਵਾਲਾ ਕਮਿਸ਼ਨ ਇਸ ਨੁਕਤੇ ਨੂੰ ਵੀ ਅਹਿਮ ਮੰਨਦਾ ਹੈ ਕਿ ਖੇਤੀ ਉਪਜ ਦੀਆਂ ਕੀਮਤਾਂ ਦਾ ਖਪਤਕਾਰਾਂ ਉੱਤੇ ਕੀ ਅਸਰ ਪਏਗਾ। ਖੇਤੀ ਉਪਜ ਨਾਲ ਮੁਲਕ ਦੀ ਅੰਨ ਸੁਰੱਖਿਆ ਵੀ ਜੁੜੀ ਹੋਈ ਹੈ। ਇਸੇ ਦੌਰਾਨ ਕਿਸਾਨਾਂ ਦੇ ਉਤਸ਼ਾਹ ਨੂੰ ਕਾਇਮ ਰੱਖਣਾ ਵੀ ਜ਼ਰੂਰੀ ਹੈ। ਸੌਣੀ ਦੀਆਂ ਫਸਲਾਂ ਦੇ ਹਵਾਲੇ ਨਾਲ ਇਸੇ ਮੁੱਦੇ ਉੱਤੇ ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਹਰਬੰਸ ਸਿੰਘ ਸਿੱਧੂ, ਜੋ ਪੰਜਾਬ ਕਿਸਾਨ ਕਮਿਸ਼ਨ ਦੇ ਸਲਾਹਕਾਰ ਨੇ, ਬਲਵੀਰ ਸਿੰਘ ਰਾਜੇਵਾਲ, ਜੋ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨੇ, ਜ਼ੋਰਾ ਸਿੰਘ, ਜੋ ਕਿਸਾਨ ਨੇ। ਤੁਹਾਡਾ ਸਾਰਿਆਂ ਦਾ ਅੱਜ ਦੀ ਚਰਚਾ 'ਚ ਸਵਾਗਤ ਹੈ। ਹਰਬੰਸ ਜੀ, ਮੈਂ ਤੁਹਾਤੋਂ ਸ਼ੁਰੂ ਕਰਾਂਗਾ। ਜਿਹੜਾ ਇਹ ਵਾਧਾ ਕੀਤਾ ਗਿਆ 60 ਰੁਪਏ ਪ੍ਰਤੀ ਕੁਇੰਟਲ ਝੋਨੇ ਦੇ ਵਿੱਚ, ਤੁਸੀਂ ਲਗਾਤਾਰ ਅਧਿਐਨ ਕਰਦੇ ਹੋ ਖੇਤੀ ਦਾ, ਖੇਤੀ ਸੰਕਟ ਦਾ ਤੇ ਹੋਰ तमाम ਚੀਜ਼ਾਂ ਦਾ, ਤੁਹਾਨੂੰ ਕੀ ਲੱਗਦਾ ਕਿ ਇਹ ਜਾਇਜ਼ ਹੈ? ਨਹੀਂ, ਬਿਲਕੁਲ ਜਾਇਜ਼ ਨਹੀਂ ਜੀ। ਇਹ ਐਕਚੁਅਲੀ 60 ਰੁਪਏ ਦਾ ਵਾਧਾ ਪਤਾ ਨਹੀਂ ਉਹਨਾਂ ਨੇ ਕਿਸ ਤਰ੍ਹਾਂ ਕੈਲਕੂਲੇਸ਼ਨ ਕੀਤੀਆਂ ਨੇ। 60 ਰੁਪਏ ਤੋਂ ਜ਼ਿਆਦਾ ਤੇ ਆਪਰੇਸ਼ਨਲ ਕਾਸਟ ਹੀ ਵੱਧ ਗਈ ਹੋਣੀ ਹੈ ਜੀ। ਔਰ ਉਸ ਤੋਂ ਬਿਨਾਂ ਉਹ 'ਚ ਹੋਰ ਕਈ ਕੰਪੋਨੈਂਟ ਨੇ ਕਾਸਟ ਵਿੱਚ। ਆਪਰੇਸ਼ਨਲ ਕਾਸਟ ਤੋਂ ਬਿਨਾਂ ਲੈਂਡ ਰੈਂਟ ਵੀ ਆ ਜੀ, ਲੇਬਰ ਵੀ ਹੈ। ਆਪਰੇਸ਼ਨਲ ਕਾਸਟ ਦੇ ਵਿੱਚ ਤੁਸੀਂ ਕੀ ਸ਼ਾਮਲ ਕਰਦੇ ਹੋ? ਜਿਹੜੀਆਂ ਚੀਜ਼ਾਂ ਆਪਾਂ ਮੁੱਲ ਲੈ ਕੇ ਪਹਿਲਾਂ ਖਰਚੇ ਕੀਤੇ ਹੋਏ ਨੇ, ਉਹ ਸਾਰਾ ਕੁਝ ਮਤਲਬ ਉਹਦੇ ਵਿੱਚ ਖਾਦਾਂ ਆ ਗਈਆਂ, ਬੀਜ ਆ ਗਏ, ਸਪਰੇਅ ਆ ਗਈ, ਡੀਜ਼ਲ ਆ ਗਿਆ। ਚਲੋ ਬਿਜਲੀ ਆਪਣੇ ਮੁਫਤ ਆ, ਇਸ ਕਰਕੇ ਨਹੀਂ ਪਾਈ ਜਾਂਦੀ ਵਿੱਚ ਜੀ। ਫਿਰ ਉਸ ਤੋਂ ਬਿਨਾਂ ਉਹਦੇ ਫਿਰ ਅੱਗੇ ਕਰਨ ਲੱਗ ਜਾਂਦੇ ਕਿ C1 ਹੋ ਗਈ ਜੀ, ਇਹਦੇ ਵਿੱਚ ਤੁਸੀਂ ਹੁਣ ਜਿਹੜੀ ਰੈਂਟਡ ਇਨ ਲੈਂਡ ਆ ਉਹਦਾ ਰੈਂਟ ਪਾ ਦਿਓ ਜੀ। ਫਿਰ ਉਸ ਤੋਂ ਬਾਅਦ ਇੱਕ ਨਹੀਂ, ਜੇ ਆਪਣੀ ਵੀ ਜ਼ਮੀਨ ਆ ਤਾਂ ਉਹਦਾ ਰੈਂਟ ਪਾ ਦਿੱਤਾ ਜਾਵੇ। ਫਿਰ ਅਗਲੀ ਕੰਸੈਪਟ ਆ ਗਈ। ਫਿਰ ਉਸ ਤੋਂ ਬਾਅਦ ਜਿਹੜੀ ਉਹਦੀ ਫੈਮਿਲੀ ਲੇਬਰ ਕੰਮ ਕਰ ਰਹੀ ਹੈ ਜੀ, ਉਹਦਾ ਵੀ ਜੇ ਇੰਪਿਊਟਡ ਵੈਲਿਊ ਪਾਤੀ ਜਾਵੇ ਜੀ, ਤੇ ਜਿਹੜਾ ਉਹਨੇ ਕੈਪੀਟਲ ਇਨਵੈਸਟ ਕੀਤਾ ਹੈ ਉਹਦਾ ਵੀ ਇੰਟਰਸਟ ਪਾਤਾ ਜਾਵੇ, ਤੇ ਉਹਦੇ ਜਿਹੜਾ ਉਹ ਕੈਪੀਟਲ ਲੱਗਿਆ ਹੋਇਆ ਉਹਦੀ ਡੈਪਰੀਸੀਏਸ਼ਨ ਵੀ ਪਾਤੀ ਜਾਵੇ ਜੀ, ਤਾਂ ਫਿਰ ਇਸ ਫਾਈਨਲ ਕਾਸਟ ਤੇ ਆ ਜਾਂਦੇ ਜੀ। ਸੋ ਮੈਨੂੰ ਨਹੀਂ ਲੱਗਦਾ ਇਹ ਕਿਸ ਤਰ੍ਹਾਂ ਕੈਲਕੂਲੇਸ਼ਨ ਕੀਤੀ ਗਈ ਹੈ। ਆਪਾਂ ਬਾਅਦ ਚ ਡਿਸਕਸ ਕਰਾਂਗੇ ਕਿ ਉਹਨਾਂ ਦੀ ਕੈਲਕੂਲੇਸ਼ਨ ਕਰਨ ਦੇ ਤੌਰ ਤਰੀਕੇ ਤੇ ਆਪਣੇ ਵਿੱਚ ਕੀ ਫਰਕ ਹੈ ਜੀ, ਪਰ ਮੈਂ ਤੇ ਵਾਜਬ ਨਹੀਂ ਸਮਝਦਾ। 60 ਜਿਹੜਾ ਤੌਰ ਤਰੀਕੇ ਦੇ ਵਿੱਚ ਕੀ ਫਰਕ ਹੈ, ਆਪਾਂ ਗੱਲ ਹੁਣ ਇੱਥੋਂ ਹੀ ਸ਼ੁਰੂ ਕਰਦੇ ਹਾਂ। ਦੇਖੋ, ਤੌਰ ਤਰੀਕੇ ਦੇ ਵਿੱਚ ਜਿਵੇਂ ਫਾਰ ਐਗਜ਼ਾਮਪਲ ਲੈਂਡ ਰੈਂਟ ਹੈ, ਇਹ ਮੇਜਰ ਕੰਪੋਨੈਂਟ ਹੈ ਕਾਸਟ ਦਾ ਜੀ। ਅਸੀਂ ਪਹਿਲਾਂ ਵੀ ਗੱਲ ਕਰਦੇ ਆ ਰਹੇ ਹਾਂ ਕਿ ਇਹ ਲੈਂਡ ਰੈਂਟ ਇਸ ਵੇਲੇ ਸਾਰਿਆਂ ਨੂੰ ਪਤਾ ਹੈ ਪੰਜਾਬ ਵਿੱਚ 30-35 ਹਜ਼ਾਰ ਰੁਪਇਆ ਏਕੜ ਹੈ ਜੀ। ਕਮਿਸ਼ਨ ਨੇ ਜਦੋਂ ਵੀ ਕਿਤੇ ਹਾਈਐਸਟ ਲੈਂਡ ਰੈਂਟ ਪਾਇਆ ਉਹ 18,000 ਪਾਇਆ ਜੀ। ਸੋ ਇੱਕ ਤੇ ਬਹੁਤ ਵੱਡਾ ਕੰਪੋਨੈਂਟ ਤੇ ਇੱਥੇ ਵਾਪਸ ਚਲਾ ਜਾਂਦਾ ਜੀ। ਹੁਣ ਦੂਸਰੀ ਗੱਲ ਇਹ ਆ ਵੀ ਕਮਿਸ਼ਨ ਸਾਡੀ ਕਾਸਟ ਜਿਹੜੀ ਆ ਰਿਲੇਟਿਵਲੀ ਹਾਈ ਕਾਸਟ ਇਕਨੋਮੀ ਹੈ ਪੰਜਾਬ ਦੀ ਜੀ। ਲੇਬਰ ਵੀ ਮਹਿੰਗੀ ਹੈ ਜੀ, ਤੇ ਇਸ ਕਰਕੇ ਮਿਲਦੀ ਨਹੀਂ, ਇਸ ਕਰਕੇ ਉਹਦੀ ਜਿਹੜੀਆਂ ਵੇਜਸ ਜ਼ਿਆਦਾ ਨੇ ਜੀ। ਹੁਣ ਇਹਦੇ ਵਿੱਚ ਉਹ ਕੱਢਣ ਲੱਗਿਆ ਪੰਜਾਬ ਦੀ ਕਾਸਟ ਨਹੀਂ ਇਕੱਲੀ ਹੈਗੀ, ਉਹਨਾਂ ਦੇਖਣਾ ਕਿ 90% ਝੋਨਾ ਕਿਹੜੇ ਸਟੇਟਸ ਨੇ ਮਿਲ ਕੇ ਪ੍ਰੋਡਿਊਸ ਕੀਤਾ ਹੈ ਜੀ, ਤੇ ਉਹਨਾਂ ਸਟੇਟਸ ਦੀ ਐਵਰੇਜ ਲੈ ਲੈਂਦੇ ਜੀ। ਉਹ ਐਵਰੇਜ ਕਈ ਵਾਰ ਸਾਡੀ ਐਵਰੇਜ ਉਸ ਐਵਰੇਜ ਨਾਲੋਂ ਕਿਤੇ ਉੱਤੇ ਹੁੰਦੀ ਹੈ, ਜਿਸ ਕਰਕੇ ਸਾਡੀ ਕਾਸਟ ਨੂੰ ਕਵਰ ਨਹੀਂ ਕਰਦੀ ਜੀ।
ਦੂਸਰਾ ਉਹ ਕਾਸਟ ਕਿਹਦੀ ਹੈ, ਉਹ ਛੋਟੇ ਕਿਸਾਨ ਦੀ ਕਾਸਟ ਆ, ਉਹ ਮੀਡੀਅਮ ਕਿਸਾਨ ਦੀ ਕਾਸਟ ਆ, ਉਹ ਵੱਡੇ ਕਿਸਾਨ ਦੀ ਆ, ਉਹ ਐਫੀਸ਼ੀਐਂਟ ਕਿਸਾਨ ਦੀ ਆ, ਉਹ ਐਵਰੇਜ ਕਿਸਾਨ ਦੀ ਆ, ਉਹ ਮੀਡੀਅਨ ਕਿਸਾਨ ਦੀ ਆ ਜੀ। ਸੋ ਕਈ ਤਰ੍ਹਾਂ ਦੇ ਮੈਥਡੋਲੋਜੀਕਲ ਪ੍ਰੋਬਲਮਸ ਨੇ ਐਕਚੁਅਲੀ ਉਹਨਾਂ ਦੀਆਂ ਕੈਲਕੂਲੇਸ਼ਨ ਵਿੱਚ। ਤੇ ਸਾਡਾ ਜਿਸ ਤਰ੍ਹਾਂ ਸਾਨੂੰ ਲੱਗਦਾ ਵੀ ਹੋਣਾ ਚਾਹੀਦਾ ਜੇ ਕਿਸਾਨਾਂ ਨਾਲ ਕੋਈ ਜ਼ਿਆਦਤੀ ਨੂੰ ਰੋਕਣਾ ਹੈ ਜਾਂ ਉਹਨਾਂ ਨਾਲ ਫੇਅਰ ਟ੍ਰੀਟਮੈਂਟ ਦੇਣਾ ਹੈ ਜੀ, ਤਾਂ ਸਾਨੂੰ ਲੱਗਦਾ ਇੱਕ ਤਾਂ ਇਹ ਆ ਜੀ। ਰਾਜੇਵਾਲ ਜੀ, ਤੁਹਾਡਾ ਪਹਿਲਾਂ ਹੀ ਬਿਆਨ ਆ ਚੁੱਕਿਆ ਕਿ ਤੁਸੀਂ ਜਿਹੜਾ ਇਹ ਵਾਅਦਾ ਹੈ ਇਹਨੂੰ ਇਹ ਕਿਹਾ ਕਿ ਵੀ ਇਹ ਸਾਨੂੰ ਕਬੂਲ ਨਹੀਂ ਹੈਗਾ, ਇਹ ਬਿਲਕੁਲ ਗਲਤ ਹੈ। ਤੁਹਾਡੀ ਦਲੀਲ ਕੀ ਹੈ ਇਹਦੇ ਪਿੱਛੇ? ਦੇਖੋ, ਸਭ ਤੋਂ ਪਹਿਲਾਂ ਤਾਂ ਸਾਨੂੰ ਦੇਖਣਾ ਪਏਗਾ ਵੀ ਜਿਹੜਾ CACP ਕਾਸਟ ਕੈਲਕੂਲੇਸ਼ਨਸ ਕਰਦਾ ਹੈ ਉਹਦੇ ਤੇ ਪਾਬੰਦੀਆਂ ਕੀ ਨੇ, ਕਿਹਨਾਂ ਹਾਲਾਤ ਵਿੱਚ ਉਹ ਕੰਮ ਕਰ ਰਿਹਾ। ਉਹ ਆਪਣੇ ਆਪ 'ਚ ਆਜ਼ਾਦ ਕਮਿਸ਼ਨ ਤਾਂ ਹੈ ਨਹੀਂ, ਨਾ ਬਾਈਂਡਿੰਗ ਆ ਉਹਦੀ ਰਿਪੋਰਟ ਸਰਕਾਰ ਤੇ ਜੋ ਦੇਵੇ। ਉਹ ਤਾਂ ਸਰਕਾਰ ਜੋ ਉਹਨੂੰ ਡਿਕਟੇਟ ਕਰਾ ਦਿੰਦੀ ਹੈ, ਜੋ ਸਰਕਾਰ ਕਹਿੰਦੀ ਹੈ ਉਹਨੂੰ ਜਸਟੀਫਾਈ ਕਰਨ ਦਾ ਕੰਮ। ਸਰਕਾਰ ਤਾਂ ਇਹ ਕਹਿੰਦੀ ਹੈ ਨਾ ਕਿ ਜੋ ਸਿਫਾਰਿਸ਼ਾਂ ਉਹਨਾਂ ਨੇ ਕੀਤੀਆਂ ਨੇ ਅਸੀਂ ਉਹ ਪ੍ਰਵਾਨ ਕੀਤੀਆਂ ਨੇ। ਮੈਂ ਦੱਸਦਾ, ਉਹਦੇ ਜਿਹੜਾ ਅਧਿਕਾਰ ਖੇਤਰ ਹੈ ਜੀ, ਉਹਦੇ 'ਚ ਕੁਝ ਗੱਲਾਂ ਲਿਖੀਆਂ ਜਿਨ੍ਹਾਂ ਦਾ ਕਿਸਾਨ ਨਾਲ ਕੋਈ ਸੰਬੰਧ ਨਹੀਂ ਜੀ। ਇੱਕ ਅੱਜ ਪੰਜਾਬ ਦੀ ਸਥਿਤੀ ਕੀ ਹੈ, 69% ਕਿਸਾਨ ਨੇ ਪਿੰਡਾਂ ਵਿੱਚ ਰਹਿਣ ਵਾਲੇ, ਖੇਤੀ ਕਰਨ ਵਾਲੇ, ਜਿਹੜੇ ਅੰਡਰ ਮੈਟ੍ਰਿਕ ਨੇ, ਉਹ ਨਾ ਪੜ੍ਹੇ ਨੇ ਨਾ ਅਨਪੜ੍ਹ ਨੇ, ਅੱਧ ਪੜ੍ਹੇ ਨੇ ਜੀ। ਬਹੁਤੇ ਤਾਂ 99% ਤਾਂ ਕੋਈ ਹਿਸਾਬ ਕਿਤਾਬ ਹੀ ਨਹੀਂ ਰੱਖਦੇ। ਉਹਨਾਂ ਲਈ ਖੇਤੀ ਇੱਕ ਇਟਸ ਅ ਵੇ ਆਫ ਲਾਈਫ। ਉਹ ਹੋਰ ਉਹਨਾਂ ਨੂੰ ਕੋਈ ਕੰਮ ਨਹੀਂ ਆਉਂਦਾ, ਉਹਨਾਂ ਨੇ ਕੰਮ ਇਹ ਕਰਨਾ ਹੀ ਕਰਨਾ ਹੈ। ਉਹਨਾਂ ਦੀ ਅਣਜਾਣਪੁਣੇ ਦਾ, ਉਹਨਾਂ ਦੀ ਇਸ ਸਥਿਤੀ ਦਾ ਫਾਇਦਾ ਉਠਾਉਣ ਲਈ ਜਿਹੜਾ ਕਮਿਸ਼ਨ ਦਾ ਅਧਿਕਾਰ ਖੇਤਰ ਤੈਅ ਕੀਤਾ ਗਿਆ, ਉਹਦੇ 'ਚ ਸਰਕਾਰ ਨੇ ਆਪਣੀਆਂ ਜ਼ਰੂਰਤਾਂ ਜਿਹੜੀਆਂ ਸੀ ਉਹ ਉਹਦੇ ਉੱਤੇ ਲਾ ਦਿੱਤੀਆਂ। ਕਮਿਸ਼ਨ ਨੂੰ ਕਿਹਾ ਗਿਆ ਵੀ ਭਾਅ ਮਿਥਣ ਵੇਲੇ ਇਸ ਗੱਲ ਦਾ ਖਿਆਲ ਰੱਖਣਾ ਹੈ ਵੀ ਇਸ ਭਾਅ ਦੇ ਨਾਲ ਕਾਸਟ ਆਫ ਲਿਵਿੰਗ ਨਾ ਵਧੇ, ਇੰਡਸਟਰੀ ਦੀ ਜਿਹੜੀ ਸਟਰਕਚਰ ਕਾਸਟ ਹੈ ਉਹਦੇ ਤੇ ਨਾ ਅਸਰ ਹੋਵੇ, ਤੇ ਜਿਹੜਾ ਜਨਰਲ ਪ੍ਰਾਈਸ ਲੈਵਲ ਹੈ ਉਹਦੇ ਤੇ ਅਸਰ ਨਾ ਹੋਵੇ, ਇੰਟਰਨੈਸ਼ਨਲ ਪ੍ਰਾਈਸ ਦਾ ਧਿਆਨ ਰੱਖਣਾ ਹੈ, ਡਿਮਾਂਡ ਸਪਲਾਈ ਦਾ ਧਿਆਨ ਰੱਖਣਾ ਹੈ, PDS ਦਾ ਬਿੱਲ ਨਾ ਵਧੇ ਇਹਦਾ ਧਿਆਨ ਰੱਖਣਾ ਹੈ। ਹੁਣ ਇਹ ਸਾਰੀਆਂ ਜ਼ਿੰਮੇਵਾਰੀਆਂ ਸਰਕਾਰ ਦੀ ਹੁੰਦੀਆਂ। ਪਰ ਜਦੋਂ ਉਹ ਕਮਿਸ਼ਨ ਬਣਾਇਆ ਗਿਆ ਸੀ, ਕਮਿਸ਼ਨ ਦਾ ਜਿਹੜਾ ਬਣਾਉਣ ਦਾ ਮੰਤਵ ਸੀਗਾ ਉਹ ਕਿਸਾਨੀ ਦਾ ਭਲਾ ਜਾਂ ਕਿਸਾਨੀ ਨੂੰ ਲਾਹੇਵੰਦ ਭਾਅ ਦੇਣਾ ਨਹੀਂ ਸੀ। ਇਹ ਸਾਰੀਆਂ ਜਿਹੜੀਆਂ ਉਹਦੀਆਂ ਟਰਮਸ ਆਫ ਰੈਫਰੈਂਸਿਸ ਜਿਹੜੀਆਂ ਹੈਗੀਆਂ ਉਹਦੇ ਵਿੱਚ ਇਹ ਸ਼ਾਮਲ ਹੈ ਕਿ ਤੁਸੀਂ ਖਪਤਕਾਰ ਦਾ ਧਿਆਨ ਰੱਖਣਾ ਹੈ, ਕੌਮਾਂਤਰੀ ਬਾਜ਼ਾਰ ਦਾ ਧਿਆਨ ਰੱਖਣਾ ਹੈ, ਮੁਲਕ ਦੇ ਵਿੱਚ ਜਿਹੜੀਆਂ ਕੀਮਤਾਂ ਨਾ ਵਧਣ ਇਹਦਾ ਧਿਆਨ ਰੱਖਣਾ ਹੈ। ਉਹ ਤਾਂ ਆਪਣੇ ਜਿਹੜਾ ਤੈਅ ਕੀਤਾ ਹੋਇਆ ਘੇਰੇ ਦੇ ਅੰਦਰ ਹੀ ਕੰਮ ਕਰ ਰਿਹਾ। ਨਹੀਂ, ਉਹ ਕਰ ਰਿਹਾ ਉਹਦੇ ਵਿੱਚ, ਪਰ ਸਰਕਾਰ ਨੇ ਕੀ ਕਰਨਾ ਹੁੰਦਾ? ਸਰਕਾਰ ਨੇ ਆਪਣੇ ਲੋਕਾਂ ਨੂੰ ਇਨਸਾਫ ਦੇਣਾ ਹੁੰਦਾ ਹੈ। 2/3 ਪਾਪੂਲੇਸ਼ਨ ਇਸ ਦੇਸ਼ ਦੀ ਇਸ ਕਿੱਤੇ ਵਿੱਚ ਲੱਗੀ ਹੋਈ ਹੈ। ਜੇ 2/3 ਪਾਪੂਲੇਸ਼ਨ ਨੂੰ ਇਨਸਾਫ ਨਹੀਂ ਮਿਲਣਾ ਤਾਂ ਦੇਸ਼ ਦੀ ਤਰੱਕੀ ਭੁੱਲ ਜਾਓ ਜੀ। ਜੇ ਕੁਝ ਅਮੀਰ ਘਰਾਣੇ ਅਮੀਰ ਹੋਈ ਜਾਂਦੇ ਉਹਨੂੰ ਤਰੱਕੀ ਕਹੀ ਜਾਓ, ਉਹ ਕੋਈ ਤਰੱਕੀ ਨਹੀਂ ਹੈ। ਅੱਜ ਜਿਹੜਾ ਅਸੀਂ ਕਹਿੰਦੇ ਹਾਂ ਸਾਡੇ ਕੋਲ ਸਰਪਲਸ ਅਨਾਜ ਪਿਆ ਹੈ, ਅਸਲ ਵਿੱਚ ਲੋਕਾਂ ਦੀ 63 ਸਾਲ ਦੇ ਵਿੱਚ ਅਸੀਂ ਪਰਚੇਸਿੰਗ ਪਾਵਰ ਹੀ ਨਹੀਂ ਬਣਾ ਸਕੇ। 40 ਕਰੋੜ ਲੋਕ ਅੱਜ ਵੀ ਖਾਲੀ ਪੇਟ ਜਾਂ ਅੱਧਾ ਪੇਟ ਭਰ ਕੇ ਖਾਂਦੇ ਨੇ, ਤੇ ਤਾਂ ਸਾਡੇ ਕੋਲ ਅਨਾਜ ਸਰਪਲਸ ਹੈ। ਤਾਂ ਇਹ ਕੋਈ ਦਲੀਲ ਨਹੀਂ ਹੈ। ਮੈਂ ਸਮਝਦਾ ਸਰਕਾਰ ਤੋਂ ਉਮੀਦ ਹੁੰਦੀ ਹੈ ਸਾਰੇ ਲੋਕਾਂ ਨੂੰ ਵੀ ਇਹ ਸਾਡੇ ਨਾਲ ਇਨਸਾਫ ਕਰੂ। ਜੇ ਸਰਕਾਰ ਦੇ ਮਨ ਵਿੱਚ ਪਹਿਲਾਂ ਹੀ ਬੇਈਮਾਨੀ ਹੈ ਵੀ ਉਹਨਾਂ ਨੇ ਆਪਣੀਆਂ ਜ਼ਰੂਰਤਾਂ ਮੁਤਾਬਕ ਲੋਕਾਂ ਤੇ ਜ਼ਬਰਦਸਤੀ ਗਲਗੂਠਾ ਦੇ ਕੇ ਅਨਾਜ ਪੈਦਾ ਕਰਵਾਉਣਾ ਹੈ, ਇਸ ਤਰ੍ਹਾਂ ਨਾ ਤਾਂ ਉਹ ਅਨਾਜ ਪੈਦਾ ਕਰਨ ਵਾਲੇ ਬਚ ਸਕਣਗੇ। ਔਰ ਮੈਂ ਇੱਕ ਇਹਦੇ 'ਚ ਹੋਰ ਗੱਲ ਕਰਾਂਗਾ, ਅੱਜ ਦੀ ਤਾਂ ਸਥਿਤੀ ਬਿਲਕੁਲ ਬਦਲ ਚੁੱਕੀ ਹੈ। ਜਦੋਂ ਤੋਂ ਗਲੋਬਲਾਈਜੇਸ਼ਨ ਦਾ ਦੌਰ ਸ਼ੁਰੂ ਹੋਇਆ, ਅਸੀਂ ਵਰਲਡ ਬੈਂਕ IMF ਦੇ ਦਬਾਅ ਹੇਠ ਕੰਮ ਕਰ ਰਹੇ ਹਾਂ। ਜੋ ਅੱਜ ਹੋ ਰਿਹਾ ਅਸਲ ਵਿੱਚ ਵਰਲਡ ਬੈਂਕ ਵਾਲੇ ਚਾਹੁੰਦੇ ਨੇ, ਅਮਰੀਕਾ ਦਾ ਦਬਾਅ ਹੈ, ਉਹ ਚਾਹੁੰਦੇ ਨੇ ਵੀ ਇੱਥੇ ਕਾਰਪੋਰੇਟ ਹਾਊਸਿਸ ਨੂੰ ਖੇਤੀ ਦੇ ਵਿੱਚ ਲਿਆਂਦਾ ਜਾਏ। ਇਨਵੈਸਟਮੈਂਟ ਜੇ ਲਿਆਉਣੀ, ਹੁਣ ਰੋਜ਼ ਰੌਲਾ ਪੈਂਦਾ ਇਨਵੈਸਟਮੈਂਟ ਦਾ, ਖੇਤੀ ਕਿਸਾਨ ਦੇ ਜੇਬ ਤਾਂ ਕੁਝ ਹੈ ਨਹੀਂ, ਉਹ ਕਹਿੰਦੇ ਵੀ ਇਨਵੈਸਟਮੈਂਟ ਲਿਆਉਣੀ ਹੈ ਤਾਂ ਕਾਰਪੋਰੇਟ ਹਾਊਸਿਸ ਕੋਲੋਂ ਆਏਗੀ। ਉਹ ਮਜਬੂਰ ਕਰ ਰਹੇ ਨੇ ਇੱਕ ਤਰ੍ਹਾਂ ਕਿਸਾਨੀ ਨੂੰ ਵੀ ਆਪਣੇ ਆਪ ਛੱਡ ਕੇ ਭੱਜ ਜਾਣ ਤਾਂ ਕਿ ਮੁੜ ਕੇ ਇੱਥੇ ਕਾਰਪੋਰੇਟ ਹਾਊਸਿਸ ਆ ਜਾਣ ਔਰ ਇਹ ਉਹਨਾਂ ਦੇ ਗੁਲਾਮ ਬਣ ਜਾਣ। ਇੱਦਾਂ ਦੀਆਂ ਪਾਲਿਸੀਜ਼ ਦੇ ਨਾਲ ਮਿਥਿਆ ਹੋਇਆ ਪਾ ਮੇਰੇ ਕੋਲ ਇੱਕ ਰਿਪੋਰਟ ਪਈ ਹੈ। ਅਸੀਂ ਇੱਕ ਵਾਰ ਪੰਜਾਬ ਸਰਕਾਰ ਨੂੰ ਕਹਿ ਕੇ ਡਾਕਟਰ ਰਣਜੀਤ ਸਿੰਘ ਘੁੰਮਣ ਦੀ ਚੇਅਰਮੈਨਸ਼ਿਪ 'ਚ ਅਰਥ ਸ਼ਾਸਤਰੀਆਂ ਦੀ ਇੱਕ ਕਮੇਟੀ ਬਣਵਾਈ ਸੀ। ਉਸ ਕਮੇਟੀ ਨੂੰ ਅਸੀਂ ਕਿਹਾ ਹੀ ਇਹੀ ਸੀ ਵੀ ਜਦੋਂ ਤੋਂ ਹਰੇ ਇਨਕਲਾਬ ਦੀ ਸ਼ੁਰੂਆਤ ਹੋਈ ਹੈ ਅੱਜ ਤੱਕ ਸਟੱਡੀ ਕਰੋ ਕਣਕ ਝੋਨੇ ਦੇ ਵਿੱਚ ਕਿਸਾਨ ਨੂੰ ਕਿਹੜੇ ਸਾਲ 'ਚ ਕੀ ਬਚਿਆ ਕੀ ਘਟਿਆ। ਉਹਨਾਂ ਨੇ ਇਹ ਸਾਰਾ ਲੇਖਾ ਜੋਖਾ ਕਰਕੇ ਕਿਹਾ ਭਈ ਪੰਜਾਬ ਵਿੱਚ ਇਕੱਲੇ ਪੰਜਾਬ ਦੇ ਕਿਸਾਨਾਂ ਦਾ ਸ਼ੁਰੂ ਤੋਂ 1967-68 ਤੋਂ 2007-08 ਤਾਈਂ ਸਿਰਫ ਕਣਕ ਦੇ ਵਿੱਚ 41,411 ਕਰੋੜ ਰੁਪਏ ਦਾ ਪੰਜਾਬ ਦੇ ਕਿਸਾਨਾਂ ਨੂੰ ਘਾਟਾ ਪਿਆ, ਘੱਟ ਭਾਅ ਮਿਥਣ ਕਰਕੇ। ਇਸੇ ਤਰ੍ਹਾਂ ਝੋਨੇ ਵਿੱਚ 20,585 ਕਰੋੜ, 61,696 ਕਰੋੜ ਦਾ ਘਾਟਾ ਉਹਨਾਂ ਨੇ ਵਰਕਆਊਟ ਕਰਕੇ ਰਿਪੋਰਟ ਸਰਕਾਰ ਨੂੰ ਦਿੱਤੀ ਹੈ। ਔਰ ਅੱਜ ਇਹ 61,696 ਕਰੋੜ ਰੁਪਈਆ ਜਿਹੜਾ ਸਰਕਾਰ ਦੀ ਨੀਤੀ ਨਾਲ
ਅਰਥ ਸ਼ਾਸਤਰੀ ਸਰਕਾਰ ਦੀ ਕਮੇਟੀ ਦੇ ਕਹਿੰਦੇ ਨੇ। ਔਰ ਮੈਂ ਇੱਕ ਹੋਰ ਕੋਟ ਕਰਾਂ, ਡਾਕਟਰ ਜੌਲ ਚੇਅਰਮੈਨ ਵੀ ਰਹੇ ਨੇ ਪ੍ਰਾਈਸ ਕਮਿਸ਼ਨ ਦੇ, ਉਹਨਾਂ ਨੇ 86 ਵਿੱਚ ਇੱਕ ਰਿਪੋਰਟ ਦਿੱਤੀ ਸੀ। ਉਹਨਾਂ ਨੇ ਕਿਹਾ ਸੀ ਦੇयर इज अ ਕੰਟੀਨਿਊਸ ਸਕਵੀਜ਼ ਓਵਰ ਰੀਅਲ ਮਾਰਜਨ ਆਫ ਪ੍ਰੋਫਿਟ ਆਫ ਦਾ ਫਾਰਮਰਸ ਫॉर ਮੋਰ ਦੈਨ ਅ ਡਿਕੇਡ। 86 ਤੋਂ ਪਹਿਲਾਂ 10 ਸਾਲ ਪਹਿਲਾਂ ਚਲੇ ਜੋ 76, ਇਹਦਾ ਮਤਲਬ ਹਰੇ ਇਨਕਲਾਬ ਦੀ ਸ਼ੁਰੂਆਤ। ਜੇ ਟਰਮਸ ਆਫ ਟ੍ਰੇਡ ਦੀ ਫੂਡ ਗ੍ਰੇਨ ਦੀ ਔਰ ਉਹਦੀਆਂ ਪ੍ਰੋਡਕਟਸ ਦਾ ਲਾਈਏ ਹਿਸਾਬ, ਉਦੋਂ ਤੋਂ 98 99 ਤੱਕ ਦੇਖੋ ਸਿਰਫ 3 ਸਾਲ ਫੇਵਰੇਬਲ ਰਹੇ ਨੇ ਕਿਸਾਨ ਲਈ, 73 74 74 75 ਤੇ 98 99। ਜੀ, ਕੁੱਲ ਮਿਲਾ ਕੇ ਉਹ ਇੱਕ ਰੁਝਾਨ ਚੱਲਦਾ ਆ ਰਿਹਾ। ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਯੁਵਰਾਜ ਸਿੰਘ ਜੀ, ਤੁਸੀਂ ਬਤੌਰ ਕਿਸਾਨ ਕੀ ਕਹਿਣਾ ਚਾਹੋਗੇ? ਮੈਂ ਤਾਂ ਇਹ ਗੱਲ ਰਾਜੇਵਾਲ ਸਾਹਿਬ ਦੀ ਬੜੀ ਕਰਦਾ ਹਾਂ ਕਿ ਪ੍ਰਾਈਸ ਕਮਿਸ਼ਨ ਨੂੰ ਮੈਂ ਵੀ ਫੇਸ ਕਰਕੇ ਆਇਆ 2 ਸਾਲ ਪਹਿਲਾਂ ਜੀ। ਉਦੋਂ ਵੀ ਮੈਂ ਕਹੂੰਗਾ ਵੀ ਉੱਥੇ ਸਾਰੀਆਂ ਸਟੇਟ 28 ਦੀਆਂ 28 ਸਟੇਟਸ ਬੁਲਾ ਲੈਂਦੇ ਨੇ ਜੀ। ਸਵੇਰ ਤੋਂ ਬਿਠਾ ਕੇ ਸਾਡੀ 28 ਮਤਲਬ 2:30 3 ਵਜੇ ਸਾਡੀ ਉੱਥੇ ਵਾਰੀ ਆਈ ਪੰਜਾਬ ਦੀ ਜੀ। ਤੇ ਮੈਂ ਇਨ ਰਾਈਟਿੰਗ ਲੈ ਕੇ ਗਿਆ ਸੀ ਐਵਰੀਥਿੰਗ। ਜੀ। ਜਿਵੇਂ ਕਹਿੰਦੇ ਨਾ ਰਾਜੇਵਾਲ ਸਾਹਿਬ ਤਾਂ ਕਹਿੰਦੇ ਆ ਵੀ ਠੀਕ ਹੈ ਅਨਪੜ੍ਹ ਬੰਦੇ ਜਾਂਦੇ ਨੇ ਜੀ, ਪਰ ਮੈਂ ਉੱਥੇ ਦੇਖਿਆ, ਮੈਂ ਸਾਰਾ ਲੈ ਕੇ ਗਿਆ ਜੀ। ਪੌਦ ਬੀਜਣ ਤੋਂ ਲੈ ਕੇ ਵੱਢਣ ਤੱਕ ਸਾਰੀ ਕੈਲਕੂਲੇਟ ਕਰਕੇ ਲੈ ਗਿਆ ਜੀ। ਤੇ ਮੈਂ ਹਰ ਇੱਕ ਸਟੇਟ ਦੇ ਮੈਂਬਰ ਨੂੰ ਜਿਹੜੇ ਉੱਥੇ ਬੈਠੇ ਸੀਗੇ, ਈਵਨ ਪ੍ਰਾਈਸ ਕਮਿਸ਼ਨ ਦੇ ਚੇਅਰਮੈਨ ਤੱਕ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਇਹਦੇ ਵਿੱਚ ਕੋਈ ਤੁਸੀਂ ਫਰਕ ਦਿਖਾਓ ਜੀ। ਜਿਹੜਾ ਵੀ ਕੀਮਤ ਕਿੰਨੀ 8 ਕਿਲੋ ਬੀਜ ਪਾਉਂਦੇ ਆ ਅਸੀਂ ਗਾਂਹ ਤੱਕ ਲਾਉਂਦੇ ਆ, ਜੋ ਵੀ ਹੈ ਸਾਰਾ ਕੁਝ ਲਾਉਣ ਤੋਂ ਬਾਵਜੂਦ ਜੀ, ਜਦ ਮੈਂ ਉਹਨਾਂ ਨੂੰ ਕਿਹਾ ਵੀ 1800 ਰੁਪਏ ਘੱਟ ਤੋਂ ਸਾਨੂੰ ਵਾਰਾ ਨਹੀਂ ਖਾਂਦਾ ਜੀ, ਔਰ ਉਹ ਇਸ ਗੱਲ ਨੂੰ ਮੰਨੇ ਜੀ, ਵੀ ਹਾਂ ਵੀ ਜੋ ਐਕਚੁਅਲ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਜੀ, ਤੇ ਇਹਨਾਂ ਦਾ ਤੁਹਾਡਾ ਅਸੀਂ ਐਕਸਪੈਂਸਿਸ, ਸਾਡੇ ਐਕਸਪੈਂਸਿਸ ਹੋ ਗਏ ਜਿਵੇਂ ਸੰਧੂ ਸਾਹਿਬ ਨੇ ਕਿਹਾ ਇਕਨੋਮੀ। ਪਰ ਮੈਂ ਹੈਰਾਨ ਸੀਗਾ ਕਿ ਮੈਂ ਲਾਸਟ ਦੇ ਵਿੱਚ ਇਹ ਗੱਲ ਪੁੱਛੀ ਕਿ ਜਦ ਤੁਸੀਂ ਹੁਣ ਮੰਨਦੇ ਆ ਜੀ ਵੀ ਹਾਂ ਬਿਲਕੁਲ ਤੁਸੀਂ ਸਾਰੀ ਗੱਲ ਠੀਕ ਕਹੀ ਹੈ ਵੀ ਇਸ ਤੋਂ 1800 ਰੁਪਏ ਤੋਂ ਘੱਟ ਕੀਮਤ ਵਾਰਾ ਨਹੀਂ ਖਾਂਦੀ ਅੱਜ ਤੋਂ 2 ਸਾਲ ਪਹਿਲਾਂ ਜੀ। ਮੈਂ ਉਹ ਗੱਲ ਉੱਥੇ ਬੜੀ ਸਿੱਧੇ ਢੰਗ ਨਾਲ ਪੁੱਛੀ ਕਿ ਆਰ ਯੂ ਗੋਇੰਗ ਟੂ ਰਿਕਮੈਂਡ ਇਟ ਜੀ, ਆਰ ਯੂ ਗੋਇੰਗ ਟੂ ਫਿਕਸ ਇਟ ਜੀ। ਉਹ ਕਹਿੰਦੇ ਫਿਕਸਿੰਗ ਅਥਾਰਟੀ ਨਹੀਂ ਹੈ ਅਸੀਂ ਜੀ, ਵੀ ਆਰ ਓਨਲੀ ਅ ਰਿਕਮੈਂਡਿੰਗ ਅਥਾਰਟੀ। ਮਤਲਬ ਉਹਨਾਂ ਨੇ ਸਿਫਾਰਿਸ਼ ਕਰਨੀ, ਉਹਨਾਂ ਨੇ ਤੈਅ ਨਹੀਂ ਕਰਨਾ ਹੈਗਾ। ਇਹ ਇੱਕ ਅਹਿਮ ਨੁਕਤਾ ਜਿਹਦੇ ਬਾਰੇ ਜਿਹੜੀ ਚਰਚਾ ਉਹ ਜ਼ਿਆਦਾ ਵਿਸਥਾਰ 'ਚ ਹੋਣੀ ਬਣਦੀ ਹੈ। ਹਰਵੰਸ ਸਿੰਘ ਜੀ, ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਜਿਵੇਂ ਰਾਜੇਵਾਲ ਸਾਹਿਬ ਨੇ ਕਿਹਾ ਕਿ ਵੀ ਜਿਸ ਕਿਸਮ ਦੀਆਂ ਨੀਤੀਆਂ ਸਾਡੇ ਮੁਲਕ 'ਚ ਲਾਗੂ ਹੋਈਆਂ ਨੇ ਉਹ ਇੱਕ ਖਾਸ ਦਿਸ਼ਾ ਵੱਲ ਵਧਦੀਆਂ ਜਾਪਦੀਆਂ ਨੇ, ਕਿ ਜੇ ਆਪਾਂ ਜੋ ਤੁਸੀਂ ਅਧਿਐਨ ਕਰ ਰਹੇ ਹੋ ਹੁਣ ਤੋਂ ਅਗਲੇ 10-15 ਸਾਲਾਂ ਦੇ ਵਿੱਚ ਜਾਂ ਕਦੇ ਵੀ ਜਿਸ ਕਿਸਮ ਦਾ ਤਜਰਬਾ ਪਾਕਿਸਤਾਨ ਦੇ ਵਿੱਚ ਜਾਂ ਹੋਰ ਮੁਲਕਾਂ ਦੇ ਵਿੱਚ ਕੀਤਾ ਜਾ ਰਿਹਾ ਹੈ ਕਿ ਵੀ ਬਾਹਰਲੇ ਅਮੀਰ ਬੰਦੇ ਜਾਂ ਕੰਪਨੀਆਂ ਆਉਂਦੀਆਂ ਨੇ, ਉਹ ਇਕੱਠੇ ਵੱਡੇ ਮਤਲਬ ਕਈ ਹਜ਼ਾਰ ਏਕੜ ਜਿਹੜੀ ਜ਼ਮੀਨ ਲੈਂਦੀਆਂ ਨੇ ਤੇ ਉਹਦੇ ਤੇ ਖੇਤੀ ਕਰਦੀਆਂ ਨੇ ਤੇ ਉਹਦੀ ਫਿਰ ਉਪਜ ਉਹ ਉੱਥੇ ਕਿੰਨੀ ਵੇਚਣਗੀਆਂ, ਆਪਣੇ ਮੁਲਕਾਂ 'ਚ ਕਿੰਨੀ ਲਿਜਾਣਗੀਆਂ, ਇਹ ਸਾਰੇ ਮਸਲੇ ਨੇ। ਸਾਡੇ ਵੀ ਬਹੁਤ ਸਾਰੇ ਬੰਦੇ ਨੇ ਜਿਹੜੇ ਅਫਰੀਕਾ ਦੇ ਵਿੱਚ ਜਾ ਰਹੇ ਨੇ। ਪਿਛਲੇ ਦਿਨਾਂ 'ਚ ਲੰਬਾ ਇੱਕ ਪ੍ਰਚਾਰ ਹੋ ਰਿਹਾ ਕਿ ਵੀ ਉਜ਼ਬੇਕਿਸਤਾਨ ਦੇ ਵਿੱਚ ਜਾ ਕੇ ਜ਼ਮੀਨ ਖਰੀਦੀ ਜਾ ਸਕਦੀ ਹੈ। ਇਹਨੂੰ ਕਿਸੇ ਲੰਬੀ ਨੀਤੀ ਦੇ ਕੜੀ ਦੇ ਤੌਰ ਤੇ ਵੇਖੀਏ ਜਾਂ ਇਹ ਆਪਣੇ ਆਪ ਦੇ ਵਿੱਚ ਮਸਲਾ ਹੈ? ਨਹੀਂ, ਮੈਂ ਇਹਦੇ ਨਾਲ ਤਾਂ ਨਹੀਂ ਸਹਿਮਤ ਹੈਗਾ ਕਿ ਇਹ ਕੋਈ ਕਾਰਪੋਰੇਟਾਈਜੇਸ਼ਨ ਕਰਨ ਲਈ ਕੋਈ ਕਨਸਪੀਰੇਸੀ ਹੋ ਰਹੀ ਹੈ ਦੇਸ਼ 'ਚ। ਇਹ ਜੀ ਕੋਈ ਗੱਲ ਨਹੀਂ ਹੈ ਜੀ। ਠੀਕ ਹੈ, ਪਾਲਿਸੀਜ਼ ਪ੍ਰੋ ਰਿਚ ਨੇ ਜੀ, ਸਾਰੇ ਸੈਕਟਰ 'ਚ ਨੇ, ਇਕੱਲੇ ਐਗਰੀਕਲਚਰ 'ਚ ਨਹੀਂ ਹੈਗੀਆਂ ਜੀ। ਪਰ ਸਰਕਾਰ ਨੂੰ ਲੱਗਦਾ ਹੈ ਕਿ ਹਰਾ ਇਨਕਲਾਬ ਲਿਆਉਣ ਵਿੱਚ ਜੀ, ਜਾਂ ਨਵੀਂ ਟੈਕਨੋਲੋਜੀ ਨੂੰ ਵਿਕਸਿਤ ਕਰਨ ਵਿੱਚ ਰੋਲ ਸਿਰਫ ਫਾਰਮਰ ਦਾ ਨਹੀਂ, ਜੀ। ਉਹਨਾਂ ਨੂੰ ਲੱਗਦਾ ਐਗਰੀਕਲਚਰ ਯੂਨੀਵਰਸਿਟੀਆਂ ਦਾ ਵੀ ਹੈ, ਸਾਇੰਟਿਸਟਾਂ ਦਾ ਹੈ, ਜੀ। ਔਰ ਉਹਨਾਂ ਤੇ ਬਹੁਤਾ ਸਾਰਾ ਪੈਸਾ ਜਿਹੜਾ ਸਰਕਾਰ ਨੇ ਖਰਚਿਆ ਹੋਇਆ। ਜੀ। ਇਨਫੈਕਟ ਮੁਰਾਰਜੀ ਦੇਸਾਈ ਤਾਂ ਕਹਿ ਹੀ ਦਿੰਦੇ ਸੀ कि देखो ये आप अकेलों का नहीं है एफर्ट, ये हम सबका है, तो हम भी इसमें से हिस्सा लेंगे जी। एक्चुअली जिद्दियां कैलकुलेशन ना कीतियां ने इन्हां एब्सोलूट च दस्सिया किन्ने हज़ार करोड़ हुण तक घाटा पै गया जी। जे वैसे भी आप गिनीए जिन्नी प्रोडक्टिविटी हुण तक वधी आ 1967 तो लैके जी, ਉਹਦੇ ਚੋਂ ਚੌਥਾ ਹਿੱਸਾ ਪਾਸ ਆਨ ਕੀਤਾ ਗਿਆ ਪੰਜਾਬ ਫਾਰਮਰ ਨੂੰ ਜੀ। 3 ਹਿੱਸੇ ਸਟੇਟ ਨੇ ਅਪਰੋਪਰੀਏਟ ਕਰ ਲਏ ਨੇ ਜੀ। 75% ਉਹਨਾਂ ਨੇ ਅਪਰੋਪਰੀਏਟ ਕੀਤਾ। 3 ਹਿੱਸੇ ਜਿਹੜੇ ਹੈਗੇ ਸਰਕਾਰ ਨੇ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਲੈ ਲਏ, ਕਿਸੇ ਰੂਪ ਚੋਂ ਐਡਮਿਨਿਸਟਰਡ ਪ੍ਰਾਈਸਸ ਨੇ, ਇਨਪੁਟ ਵੀ ਬਹੁਤ, ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਸਾਡੇ ਵਿਗਿਆਨੀਆਂ ਨੇ ਖੋਜ ਕੀਤੀ ਹੈ, ਖੋਜ ਕਰਾਈ ਆ, ਅਸੀਂ ਐਕਸਟੈਂਸ਼ਨ ਡਿਵੈਲਪ ਕੀਤੀ ਆ, ਅਸੀਂ ਨਵੇਂ ਬੀਜ ਡਿਵੈਲਪ ਕਰਾਏ ਨੇ, ਅਸੀਂ ਐਫਰਟ ਕੀਤੇ ਨੇ, ਅਸੀਂ ਰੂਰਲ ਰੋਡਸ ਬਣਾਈਆਂ ਨੇ, ਅਸੀਂ ਮੰਡੀਕਰਨ ਦੇ ਵਿੱਚ ਜਾਂ ਸਟੋਰੇਜ ਸਪੇਸ ਕ੍ਰੀਏਟ ਕੀਤੀ ਆ, ਅਸੀਂ ਇਹਦੀ ਕਾਸਟ ਬੀਅਰ ਕਰਦੇ ਆ। ਤਾਂ ਸਟੇਟ ਇਹ ਗੱਲ ਮੰਨੇ ਪਬਲਿਕਲੀ ਭਾਵੇਂ ਨਾ ਮੰਨੇ, ਉਹ ਇਹ ਗੱਲ ਮੰਨ ਕੇ ਚੱਲਦੇ ਆ ਕਿ ਇਹ ਸਾਡਾ ਹਿੱਸਾ ਹੈ। ਔਰ ਉਹ ਹਿੱਸਾ ਵੱਖਰੀ ਗੱਲ ਆ ਵੀ ਉਹ 3 ਹਿੱਸੇ ਉਹ ਲੈ ਜਾਂਦੇ ਨੇ, ਚੌਥਾ ਹਿੱਸਾ ਕਿਸਾਨ ਨੂੰ ਪਾਸ ਆਨ ਕਰਦੇ। ਜੀ, ਜੀ। ਸੋ ਇਹ ਕਨਸਪੀਰੇਸੀ ਹੈ ਨਹੀਂ ਹੈ, ਇਹ ਆਪਣੀ ਕਿਸਮ ਦਾ ਇਸ਼ੂ ਆ, ਇਹਨਾਂ ਦਾ ਆਪਣਾ ਵਿਚਾਰ ਹੋ ਸਕਦਾ, ਮੇਰਾ ਆਪਣਾ ਹੋ ਸਕਦਾ। ਇਹ ਠੀਕ ਆ। ਵੀ ਗੱਲ ਇਹ ਹੈ ਕਿ ਵੀ ਜਿਹੜੇ ਪ੍ਰੋਫੈਸਰ ਨੇ ਉਹ ਕਨਸਪੀਰੇਸੀ ਘੱਟ ਕਹਿੰਦੇ ਨੇ, ਯੂਨੀਅਨ ਵਾਲੀ ਕਹਿੰਦੇ ਨੇ ਕਨਸਪੀਰੇਸੀ। ਚਲੋ ਤੱਥ ਤੇ ਉਹ ਇੱਕੋ ਹੀ ਹੁੰਦੇ, ਤੱਥ ਤੇ ਇੱਕੋ ਹੀ ਹੁੰਦੇ ਨੇ। ਹਾਂ, ਇਹ ਜ਼ਰੂਰ ਆ ਵੀ ਇਹਨਾਂ ਨੂੰ ਦਿੱਤਾ ਤੀਜਾ ਚੌਥਾ ਹਿੱਸਾ ਹੀ ਗਿਆ ਹੈ, ਬਾਕੀ ਉਹਨਾਂ ਨੇ ਅਪਰੋਪਰੀਏਟ ਕਰ ਲਿਆ। ਹੁਣ ਇਹ ਨਹੀਂ ਜ਼ਰੂਰੀ ਹੈਗਾ ਕਿ ਉਹ ਕੋਈ ਇੱਥੇ ਕਾਰਪੋਰੇਟਾਈਜੇਸ਼ਨ ਜਾਂ ਬਾਹਰਲੇ ਫਾਰਮਰ ਨੂੰ ਲਿਆ ਕੇ ਵੱਡੇ
ਕਿਉਂਕਿ ਆਫਟਰ ਆਲ ਉਹਨਾਂ ਫੂਡ ਸਿਕਿਉਰਿਟੀ ਵੀ ਰੱਖਣੀ ਆ ਜੀ ਉਹਨਾਂ ਨੂੰ ਵੀ ਫਿਕਰ ਇਸ ਗੱਲ ਦਾ ਜੀ। ਜੇ ਹੁਣ ਫੂਡ ਸਿਕਿਉਰਿਟੀ ਬਿੱਲ ਆ ਰਿਹਾ ਜੀ। ਹੈ ਤੇ ਜੇ ਐਗਰੀਕਲਚਰ ਪ੍ਰੋਸਪਰਸ ਨਹੀਂ ਰਹੇਗੀ ਤੇ ਉਹਨੂੰ ਆਪਰੇਟ ਕਿਵੇਂ ਕਰਨਾ? ਜੀ। ਇਟਸ ਵੈਰੀ ਐਕਸਟ੍ਰੀਮਲੀ ਡਿਫਿਕਲਟ, ਉਹ ਹੋ ਹੀ ਨਹੀਂ ਸਕਦਾ। ਜੀ ਸੋ ਇਸ ਕਰਕੇ ਕਨਸਪੀਰੇਸੀ ਤਾਂ ਨਹੀਂ ਮੰਨਦਾ, ਪਰ ਇਹ ਜ਼ਰੂਰ ਆ ਵੀ ਫਾਰਮਰ ਨੂੰ ਸ਼ਾਇਦ ਡਿਊ ਸ਼ੇਅਰ ਨਹੀਂ ਦਿੱਤਾ ਗਿਆ, ਜੀ। ਬਹੁਤਾ ਹਿੱਸਾ ਸਰਕਾਰ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਸਾਈਫਨ ਆਫ ਕਰ ਲਿਆ, ਜੀ। ਲਾਰਜਲੀ ਥਰੂ ਐਡਮਿਨਿਸਟਰਡ ਪ੍ਰਾਈਸਿਸ, ਜੀ। ਤੇ ਇੱਕ ਛੋਟਾ ਹਿੱਸਾ ਜਿਹੜਾ ਉਹ ਕਿਸਾਨ ਨੂੰ ਛੱਡ ਦਿੱਤਾ ਗਿਆ। ਜੀ। ਔਰ ਇੱਕ ਮੈਂ ਹੋਰ ਗੱਲ ਕਹਿਣਾ ਚਾਹਣਾ ਤੇ ਹਾਂਜੀ। ਕਿ ਇੰਨੀ ਸੀਕ੍ਰੇਸੀ ਰੱਖਣ ਦੀ ਕੀ ਲੋੜ ਹੈ ਕਿ ਆਪਾਂ ਕਾਸਟ ਆਫ ਕਲਟੀਵੇਸ਼ਨ ਦਾ ਡਾਟਾ ਇਕੱਠਾ ਕਰਾਉਣੇ ਜੀ 3 ਸਾਲ ਉਹਨੂੰ ਕਹਿੰਦੇ ਜੀ ਇਹ ਕਲਾਸੀਫਾਈਡ ਡਾਟਾ, ਇਹ ਯੂਜ਼ ਨਹੀਂ ਕੀਤਾ ਜਾ ਸਕਦਾ। ਜੀ ਜੇ ਅੱਜ ਸਾਨੂੰ ਪਤਾ ਹੋਵੇ ਪਿਛਲੇ ਸਾਲ ਝੋਨੇ ਦੀ ਕਾਸਟ ਆਫ ਕਲਟੀਵੇਸ਼ਨ ਕੀ ਸੀ ਜੀ। ਤੇ ਅਸੀਂ ਇੱਕ ਜ਼ਿਆਦਾ ਇਨਫੋਰਮਡ ਡਿਬੇਟ ਕਰ ਸਕੀਏ। ਜੀ ਅਸੀਂ ਜੇ ਇਹਨਾਂ ਦੀ ਗੱਲ ਮੰਨੇ, ਉਹ ਕਹਿੰਦੇ ਇਹ ਤਾਂ ਯੂਨੀਅਨ ਵਾਲਿਆਂ ਦੀਆਂ ਫਿਗਰਸ ਨੇ, ਇਹ ਕਾਸਟ ਆਫ ਸੀਏਸੀਪੀ ਦੀਆਂ ਤਾਂ ਹੈ ਹੀ ਨਹੀਂ। ਜੀ ਤੇ ਫਿਰ ਸੀਏਸੀਪੀ ਉਸ ਗੱਲ ਨੂੰ, ਬਾਕੀ ਜੇ ਸਾਰੇ ਦੇਸ਼ ਵਿੱਚ ਟਰਾਂਸਪੇਰੈਂਸੀ ਦੀ ਗੱਲ ਹੋ ਰਹੀ ਹੈ ਤੇ ਇਹ ਕਿਹੜੀ ਡਿਫੈਂਸ ਇੰਡਸਟਰੀ ਹੈ ਜਿਹਦੇ ਤੇ ਤੁਸੀਂ 3 ਸਾਲ ਲਈ ਉਹਨੂੰ ਕਲਾਸੀਫਾਈਡ ਕਰਤਾ ਹੈ? ਜੀ। ਉਹਨੂੰ ਪਬਲਿਕ ਕਰ ਦਿਓ, ਲੈਟ ਪੀਪਲ ਡਿਸਾਈਡ ਕਿ ਇਹ ਫੇਅਰ ਪ੍ਰਾਈਸ ਦਿੱਤੀ ਜਾ ਰਹੀ ਹੈ ਕਿ ਨਹੀਂ ਦਿੱਤੀ ਜਾ ਰਹੀ। ਜੀ ਰਾਜੇਵਾਲ ਜੀ ਤੁਸੀਂ ਕੀ ਕਹੋਗੇ? ਮੈਂ ਇੱਕ ਇੱਥੇ ਗੱਲ ਕਰਨੀ ਚਾਹੁੰਦਾ, ਜਿਹੜੀ ਪ੍ਰੋਫੈਸਰ ਸਾਹਿਬ ਨੇ ਗੱਲ ਕੀਤੀ ਹੈ, ਅਸਲ ਵਿੱਚ ਪ੍ਰੈਕਟੀਕਲੀ ਕੀ ਹੋ ਰਿਹਾ ਇਸ ਵੇਲੇ, ਜਿਹੜਾ ਇਸ ਸਾਲ ਦਾ ਡਾਟਾ ਹੁਣ ਇਕੱਠਾ ਹੋਏਗਾ ਕਾਸਟ ਆਫ ਕਲਟੀਵੇਸ਼ਨ ਦਾ, ਜੀ ਇਹ ਅਗਲੇ ਸਾਲ ਦੀ ਕ੍ਰੌਪ ਤੇ ਲਾਗੂ ਹੋਏਗਾ। ਜੀ 1 ਸਾਲ ਬੈਕ ਜਿਹੜਾ ਡਾਟਾ ਕਲੈਕਟ ਕੀਤਾ ਉਹਦੇ ਵਿੱਚ ਕੁਝ 5-10% ਵਧਾ ਕੇ ਉਹਦਾ ਉਂਝ ਵੀ ਵੈਸੇ ਜੀ ਇੱਕ ਸਿੱਧੀ ਗੱਲ ਹੈ, ਜੇ ਤੁਸੀਂ ਸੌਣੀ ਦੀ ਫਸਲ ਦਾ ਜਿਹੜਾ ਮੁੱਲ ਆ ਉਹ ਇਸ ਵੇਲੇ ਤੈਅ ਕਰਨਾ ਹੈ ਜਦੋਂ ਕਿ ਹਲੇ ਲੱਗੀ ਹੈ, ਪਿਛਲੇ ਸਾਲ ਦਾ ਹੈ। ਹਾਂਜੀ। ਔਰ ਇਹ ਜਿਹੜਾ ਇਸ ਪੀਰੀਅਡ ਦੇ ਵਿੱਚ ਕਾਸਟ ਵਧੀ, ਇਹ ਕਿਤੇ ਅਕਾਊਂਟ ਫੋਰ ਨਹੀਂ ਹੁੰਦੀ। ਔਰ ਜੇ ਮੈਂ ਜਿਹੜੇ 60 ਰੁਪਏ ਮਤਲਬ 1 ਸਾਲ ਦੀ ਮਹਿੰਗਾਈ ਦਾ ਤਾਂ ਸਿੱਧਾ ਨੁਕਸਾਨ ਹੈ ਫਾਰਮੂਲੇ ਦੇ ਸਿੱਧਾ ਹਿਸਾਬ ਹੀ ਨਾਲ। ਨੁਕਸਾਨ ਹੈ। ਔਰ ਇੱਕੇ ਤੋਂ ਬਿਨਾਂ ਮੈਂ ਹੋਰ ਪ੍ਰੈਕਟੀਕਲੀ ਜੋ ਕੁਝ ਹੋਇਆ ਉਹਦੀ ਗੱਲ ਕਰਾਂ ਭਈ ਸਰਕਾਰ ਨੇ 60 ਰੁਪਏ ਵਧਾਏ ਆ। ਜੀ ਸਾਡੀ ਸਟੇਟ ਦੀ ਐਵਰੇਜ ਹੈਗੀ ਹੈ ਯੀਲਡ 18 ਕੁਇੰਟਲ ਜੀ ਤੇ 25-26 ਤੋਂ ਵੱਧ ਤਾਂ ਨਹੀਂ, ਝੋਨੇ ਦੀ ਤਾਂ ਵੱਧ ਹੈ ਜੀ। ਨਹੀਂ, ਝੋਨੇ ਦੀ 18 ਹੈ, ਕਣਕ ਦੀ 14 ਹੈ ਆਫੀਸ਼ੀਅਲ ਸਟੇਟ ਦੀ। ਇਧਰਲੇ ਜਿਹੜੇ ਡਿਸਟ੍ਰਿਕਟ ਨੇ ਇਹਨਾਂ ਦੀ ਤਾਂ ਬਹੁਤ ਥੱਲੇ ਨੇ, ਇਸੇ ਕਰਕੇ ਐਵਰੇਜ ਬਹੁਤ ਘੱਟ ਹੈ। ਮੈਂ ਜਾਣਾ 25 ਤੇ। ਜੀ ਜੇ 25 ਨਾਲ ਵਰਕਆਊਟ ਕਰੋ 1500 ਰੁਪਏ ਪਰ ਏਕੜ ਦਾ ਕਿਸਾਨ ਨੂੰ ਵੱਧ 1500 ਮਿਲੂਗਾ ਨਾ ਰੁਪਏ ਇਸ ਵਾਰੀ। ਪਿਛਲੇ ਸਾਲ ਡੀਜ਼ਲ ਦਾ 18 ਜੂਨ ਨੂੰ ਰੇਟ ਸੀ 41 ਰੁਪਏ 28 ਪੈਸੇ ਪਰ ਲੀਟਰ, ਜੀ ਇਸ ਵੇਲੇ 50 ਰੁਪਏ ਹੈ। ਜੀ 50 ਪੈਸੇ ਹਰ ਮਹੀਨੇ ਵਧੀ ਜਾਣਾ, ਜਦੋਂ ਦੀ ਫਸਲ ਆਉਣੀ ਹੈ ਹੋਰ 2-2.5 ਰੁਪਏ ਹੋਰ ਵੱਧ ਜਾਣੇ ਨੇ। ਇਹ ਕਿਤੋਂ ਪੂਰਾ ਕਰਨਗੇ? ਪਿਛਲੇ ਸਾਲ ਡੀਏਪੀ 467 ਦਾ ਥੈਲਾ ਸੀ, ਇਸ ਵੇਲੇ 1220 ਦਾ ਥੈਲਾ ਹੈ। ਜੀ ਪਿਛਲੇ ਸਾਲ ਐਨਪੀਕੇ 12-32-16 462 ਦਾ ਥੈਲਾ ਸੀ, ਇਸ ਵੇਲੇ 1120 ਦਾ ਹੈ। ਤੇ ਇਹ ਤਾਂ ਇੱਕ ਥੈਲਾ ਡੀਏਪੀ ਦਾ ਪਾਇਆ ਉਹਦੇ ਚ ਨਿਕਲ ਗਿਆ, ਉਹਦਾ ਐਨਪੀਕੇ ਦਾ ਪਾਇਆ ਉਹਦੇ ਵਿੱਚ ਨਿਕਲ ਗਿਆ, ਬਾਕੀ ਸਾਰੀ ਕਾਸਟ ਕਿੱਥੇ ਗਈ? ਅੱਜ ਇੱਕ ਮਜ਼ਦੂਰ 450 ਰੁਪਈਆ ਦਿਹਾੜੀ ਲੈਂਦਾ, ਰੋਟੀ ਵੱਖਰੀ। ਜੀ ਤੇ ਕਿੱਥੋਂ ਕਿਸਾਨ ਨੇ ਕਿੱਥੋਂ ਕੱਢਣਾ ਹੈ? ਜੀ ਤਾਂ ਪੰਜਾਬ ਵਿੱਚ ਜਿਹੜੀਆਂ ਲੈਂਡ ਹੋਲਡਿੰਗਸ ਨੇ ਉਹ ਇੰਨੀਆਂ ਛੋਟੀਆਂ ਹੋ ਗਈਆਂ, ਯੂਨਿਟ ਵਾਇਬਲ ਰਹੇ ਨਹੀਂ। ਜੀ ਤੇ ਕਿਸਾਨ ਦਾ ਤਾਂ ਮਰਨ ਤੋਂ ਸਿਵਾਏ ਇਹਦੇ ਵਿੱਚ ਕੁਝ ਹੋਰ ਰਿਹਾ ਹੀ ਨਹੀਂ। ਸਰਕਾਰ ਨੇ ਕਿੱਥੇ ਸੋਚਿਆ ਕਿਸਾਨ ਦਾ? ਜੀ ਇਹਦੇ ਵਿੱਚ ਹੀ ਪਹਿਲਾਂ ਉਹਨਾਂ ਕੋਲ ਕੋਈ ਜਵਾਬ ਨਹੀਂ, ਕਿਵੇਂ ਜਸਟੀਫਾਈ ਕਰਨਗੇ ਇਹਨੂੰ? ਜੀ ਜੋਰਾ ਸਿੰਘ ਜੀ, ਜਿਹੜੇ ਇਹ ਹਿਸਾਬ ਕਿਤਾਬ ਨੇ ਜਮ੍ਹਾਂ ਘਟਾਓ, ਜੇ ਇਹਨੂੰ ਇੱਕ ਪਾਸੇ ਰੱਖ ਲਈਏ, ਇੱਕ ਸਵਾਲ ਅਕਸਰ ਪੁੱਛਿਆ ਜਾਂਦਾ ਕਿ ਵੀ ਮਤਲਬ ਜੇ ਸਾਰਾ ਕੁਝ ਓਨਾ ਮਾੜਾ ਹੈ ਜਿੰਨਾ ਕਿਹਾ ਜਾ ਰਿਹਾ ਹੈ, ਚਾਹੇ ਉਹ ਅਧਿਐਨ ਨੇ, ਚਾਹੇ ਉਹ ਜਥੇਬੰਦੀਆਂ ਨੇ, ਚਾਹੇ ਕਿਸਾਨ ਆਪ ਕਹਿ ਰਹੇ ਨੇ, ਫਿਰ ਵੀ ਜਿਹੜਾ ਕਿਸਾਨ ਦਾ ਜਿਹੜਾ ਜੀਵਨ ਪੱਧਰ ਆ ਉਹ ਜਿੱਦਾਂ ਦਾ ਹੈ ਉਦਾਂ ਦਾ ਕਾਇਮ ਕਿਵੇਂ ਆ? ਮਤਲਬ ਜਿਉਂਦੇ ਕਿਵੇਂ ਨੇ? ਇਹ ਤਾਂ ਮੈਂ ਤੁਹਾਨੂੰ ਨਵੀਂ ਗੱਲ ਦੱਸਦਾ ਕਿ ਜਿਹੜੀ ਆਹ ਪ੍ਰਾਈਸ ਵਾਲੀ ਗੱਲ ਹੈ ਨਾ, ਇਹਨੂੰ ਥੋੜਾ ਜਿਹਾ ਮੈਂ ਜਸਟ ਉਹ ਕਰਨਾ ਚਾਹੁੰਦਾ ਹੈਗਾ, ਤੁਹਾਡੇ ਧਿਆਨ ਗੋਚਰੇ ਲਾਉਣਾ ਚਾਹੁੰਦਾ ਵੀ ਸਰਕਾਰ ਨੇ ਮਿਥਿਆ ਹੋਇਆ ਵੀ 40-50 ਤੋਂ ਉੱਪਰ ਟੱਪਣਾ ਹੀ ਨਹੀਂ। ਇਹ ਮੈਂ ਕੋਟੇਸ਼ਨਾਂ ਦਿੰਦਾ ਤੁਹਾਨੂੰ, 2005 ਦੇ ਵਿੱਚ ਵੀ ਸਾਡਾ 600 ਸੀਗਾ ਜੀ, ਫਿਰ ਜੇ 2006 ਵਿੱਚ ਕਰਤਾ ਤਾਂ 650 ਕਰਤਾ ਜੀ, ਜੇ ਅੱਗੇ ਕਰਤਾ ਤਾਂ 2008 ਵਿੱਚ 880 ਕਰਤਾ। ਮਤਲਬ ਮੇਰਾ ਕਹਿਣ ਦਾ ਭਾਵ ਹੈ ਵੀ ਇਹ ਜੇ ਐਵਰੇਜ ਕੱਢੂਗੇ ਤਾਂ 50 ਤੋਂ ਉੱਪਰ 60 ਤੋਂ ਉੱਪਰ ਰਾਜੇਵਾਲ ਸਾਹਿਬ ਕਦੇ ਗਈ ਹੋ ਨਹੀਂ ਹੈ। ਇਹ ਦਿਸ ਇਜ਼ ਇਸ ਤਰ੍ਹਾਂ ਹੀ ਕਣਕ ਦਾ ਜੀ। ਵੀ ਮੈਨੂੰ ਇਹ ਸਮਝ ਨਹੀਂ ਆਈ ਜਦੋਂ ਹੁਣ ਡੀਜ਼ਲ ਹੈ ਜੀ ਜਿਹੜਾ ਅੱਜ 10,000 ਦਾ ਹੋ ਗਿਆ ਜੀ, ਉਹ ਅੱਜ ਤੋਂ ਪਹਿਲਾਂ 2008 ਦੇ ਵਿੱਚ ਵੀ ਆਪਣਾ 7,000 ਦਾ ਭਰਦਾ ਸੀ ਤੇਲ ਜੀ, ਠੀਕ ਹੈ ਜੀ, ਇੱਕ ਡਰਮ ਜੀ, ਤੇ ਉਹੀ ਹੁਣ 10,000 ਦਾ ਭਰਦਾ ਜੀ। ਜਿਵੇਂ ਪਰ ਰਾਜੇਵਾਲ ਸਾਹਿਬ ਨੇ ਕਿਹਾ ਵੀ ਡੀਏਪੀ ਖਾਦ ਹੀ ਲੈ ਲਓ ਤੁਸੀਂ, ਜਿਹੜਾ 400 ਸਾਨੂੰ ਮਿਲਦਾ ਸੀਗਾ 76 ਰੁਪਏ ਦਾ 78 ਦਾ, ਤੇ ਉਹ ਹੁਣ ਸਾਨੂੰ ਮਿਲਦਾ 1200 ਤੋਂ ਉੱਪਰ ਮਿਲਦਾ ਜੀ। ਮਤਲਬ ਉਹਦੇ ਚ 3 ਗੁਣਾ ਵਾਧਾ ਹੋ ਗਿਆ। ਪ੍ਰੋਡਕਸ਼ਨ ਤਾਂ ਦੇਖੋ, ਜਿਹੜੀ ਜੀਰੀ ਸਾਡੀ 1200 ਰੁਪਏ ਨੂੰ ਲੱਗਦਾ ਸੀ ਕਿੱਲਾ, ਅੱਜ ਸਾਨੂੰ 2000 ਰੁਪਏ ਦੇਣਾ ਪੈ ਰਿਹਾ ਜੀ। ਸੋ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਵੀ ਜਿਹੜਾ ਐਟ ਪ੍ਰੈਜ਼ੈਂਟ ਜਿਹੜਾ ਇਹਦਾ ਸਿਸਟਮ ਹੈ, ਕਿਆ ਕਿਸਾਨ ਨੂੰ ਅੱਜ ਤੋਂ 30 ਸਾਲ ਤੇ 35 ਸਾਲ ਦੇ ਵਿੱਚ ਜਿੱਦੇ ਦਾ ਆਜ਼ਾਦ ਮੁਲਕ ਹੋਇਆ ਵੀ ਇਹ 50 ਰੁਪਏ 30 ਰੁਪਏ 40 ਰੁਪਏ ਹੀ ਐਵਰੇਜ ਇਹ ਪਾਉਂਦੇ ਆ ਹਮੇਸ਼ਾ ਜੀ? ਇਹ ਤਾਂ ਇੱਕ ਪੱਕਾ ਹੀ ਬਣ ਗਿਆ ਅਸੂਲ। ਹਰਬੰਸ ਜੀ, ਇਸ ਸਿਨੈਰੀਓ ਦੇ ਵਿੱਚ ਜੇ ਤੁਸੀਂ ਇਸ ਵੇਲੇ ਤੁਸੀਂ ਕਰਨਾ ਹੋਵੇ ਕਿ ਵੀ ਇਹ ਮੁੱਦੇ ਦੇ ਉੱਤੇ ਤਵੱਜੋ ਦੇਣ ਦੀ ਲੋੜ ਆ, ਤੇ ਕੀ ਮੁੱਦਾ ਬਣਦਾ?
ਇੱਕ ਮੁੱਦਾ ਤੇ ਇਹ ਆ ਕਿ ਇਹ ਜਿਹੜੇ ਕਾਸਟ ਆਫ ਕਲਟੀਵੇਸ਼ਨ ਦਾ ਡਾਟਾ ਇਕੱਠਾ ਕਰਦੇ ਆ ਉਹਨੂੰ ਇਸ ਤਰ੍ਹਾਂ ਲੁਕੋ ਕੇ ਨਾ ਰੱਖਿਆ ਕਰਨ ਜੀ। ਉਹਦੀ ਮੈਥੋਡੋਲੋਜੀ ਵੀ ਕਲੀਅਰ ਹੋਣੀ ਚਾਹੀਦੀ ਹੈ। ਮਤਲਬ ਜਿਹੜਾ ਕਾਸ਼ਤ ਦਾ ਖਰਚਾ ਉਹ ਤੈਅ ਕਰਦੇ ਨੇ ਕਿ ਵੀ ਕਿੰਨਾ ਅਸੀਂ ਮੰਨਦੇ ਆ, ਉਹ ਸਭ ਨੂੰ ਦੱਸ ਦੇਣ। ਉਹ ਪਬਲਿਕ ਉਹ 3 ਸਾਲਾਂ ਬਾਅਦ ਦੱਸਣ ਦੀ ਬਜਾਏ ਉਹ 2 ਮਹੀਨੇ ਬਾਅਦ ਉਹਨੂੰ ਵੈਬਸਾਈਟ ਤੇ ਪਾ ਦੇਣਾ ਚਾਹੀਦਾ ਜੀ। ਕਿ ਉਹਦੇ ਬੇਸ ਤੇ ਇਹ ਆਪਣੀ ਰਾਏ ਬਣਾ ਸਕਦੇ ਨੇ, ਜੀ। ਕਮਿਸ਼ਨ ਆਪਣੀ ਰਾਏ ਬਣਾ ਸਕਦਾ ਹੈ, ਸਰਕਾਰ ਆਪਣੀ ਰਾਏ ਬਣਾ ਸਕਦੀ ਹੈ। ਜੀ। ਕੁਝ ਇਹਨਾਂ ਦੀ ਰਾਏ ਉਹਨਾਂ ਤੇ ਬਾਈਂਡਿੰਗ ਨਹੀਂ, ਉਹਨਾਂ ਦੀ ਇਹਨਾਂ ਤੇ ਬਾਈਂਡਿੰਗ ਨਹੀਂ, ਪਰ ਘੱਟੋ ਘੱਟ ਜਿਹੜਾ ਡਿਬੇਟ ਹੋਏਗਾ ਉਹ ਕਿਸੇ ਬੇਸਿਸ ਤੇ ਹੋਏਗਾ। ਮਤਲਬ ਜਿਵੇਂ ਸਰਕਾਰ ਕਹਿੰਦੀ ਹੈ ਕਿ ਡੀਜ਼ਲ ਦਾ ਕੱਚਾ ਤੇਲ ਅਸੀਂ ਇੰਨੇ 'ਚ ਖਰੀਦਦੇ ਆ ਤੇ ਤੁਹਾਨੂੰ ਇੰਨੇ 'ਚ ਦਿੰਦੇ ਆ, ਇੰਨੀ ਸਬਸਿਡੀ ਆ, ਉਸੇ ਤਰੀਕੇ ਨਾਲ ਇਹ ਵੀ ਦੱਸ ਦਿਓ ਕਿ ਵੀ ਇੰਨਾ ਕਿਸਾਨ ਦਾ ਖਰਚਾ ਆਇਆ, ਇੰਨਾ ਕਿਸਾਨ ਦਾ ਖਰਚਾ, ਇੰਨਾ ਅਸੀਂ ਲੈਂਡ ਦਾ ਰੈਂਟ ਪਾਇਆ, ਇੰਨਾ ਅਸੀਂ ਤੁਹਾਡੀ ਆਪਣੀ ਲੇਬਰ ਪਾਈ ਆ, ਕਿਸ ਰੇਟ ਤੇ ਉਹਨੂੰ ਕੈਲਕੂਲੇਟ ਕੀਤਾ, ਇਹ ਸਾਰੀਆਂ ਗੱਲਾਂ ਵੀ ਇੰਨਾ ਖੁਰਪਾ ਘਸਿਆ, ਇੰਨੀ ਇਹਦੀ ਇੰਨਾ ਦਾਤੀ ਦਾ ਹੈਗਾ, ਇੰਨਾ ਕਹੀ ਦਾ ਹੈਗਾ, ਇੰਨਾ ਟਰੈਕਟਰ ਦਾ, ਇੰਨਾ ਡੀਜ਼ਲ ਦਾ। ਇਹਨੂੰ ਸੀਕ੍ਰੇਸੀ ਬਣਾ ਕੇ ਨਹੀਂ ਰੱਖਣਾ ਚਾਹੀਦਾ। ਇਹ ਠੀਕ ਆ, ਕਮਿਸ਼ਨ ਦੇ ਅਧਿਕਾਰ ਖੇਤਰ ਵਿੱਚ ਇਕੱਲਾ ਕਿਸਾਨ ਦਾ ਧਿਆਨ ਰੱਖਣਾ ਨਹੀਂ, ਉਹਨਾਂ ਨੂੰ ਕਈ ਕੁਝ ਕੰਮ ਦਿੱਤੇ ਗਏ ਨੇ, ਉਹ ਸ਼ਾਇਦ ਉਹ ਆਪਣੇ ਉਹਨਾਂ ਕੰਮਾਂ ਨੂੰ ਧਿਆਨ 'ਚ ਰੱਖਦੇ ਆ, ਉਹ ਕਈ ਵਾਰ ਇੱਧਰ ਦੀ ਜਾਸਤੀਕ ਹੋ ਜਾਂਦੀ ਆ, ਉਹ ਦੂਜੇ ਪਾਸੇ ਜ਼ਿਆਦਾ ਧਿਆਨ ਕਰ ਲੈਂਦੇ ਨੇ। ਪਰ ਮੈਨੂੰ ਲੱਗਦਾ ਵੀ ਜੇ ਇਨਫੋਰਮੇਸ਼ਨ ਫ੍ਰੀ ਫਲੋ ਹੋਵੇ ਨਾ ਤਾਂ ਫਿਰ ਸਾਡਾ ਡਿਬੇਟ ਵੀ ਇਸ ਤੋਂ ਜ਼ਿਆਦਾ ਲੌਜੀਕਲ ਹੋਏਗਾ ਤੇ ਸ਼ਾਇਦ ਅਸੀਂ ਕਿਸੇ ਨਾ ਕਿਸੇ ਕਨਕਲੂਜਨ ਤੇ ਵੀ ਪਹੁੰਚ ਸਕੀਏ। ਜੀ ਰਾਜਵਾਲ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ? ਮੈਂ ਇੱਕ ਗੱਲ ਕਰਨੀ ਚਾਹਾਂਗਾ। ਭਾਰਤ ਸਰਕਾਰ ਨੇ ਪਿਛਲੇ ਸਾਲ ਇੱਕ ਸਰਵੇ ਕਰਵਾਇਆ, ਉਹਦੇ ਮੁਤਾਬਕ ਸਾਰੇ ਦੇਸ਼ ਦੇ ਸਰਵੇ ਦੇ ਮੁਤਾਬਕ 2100 ਰੁਪਇਆ ਇੱਕ ਫਾਰਮ ਫੈਮਿਲੀ ਦੀ ਮੰਥਲੀ ਇਨਕਮ ਹੈ 5 ਜੀਆਂ ਦੇ ਪਰਿਵਾਰ ਦੀ। ਪੰਜਾਬ ਦੀ ਆ ਉਹ 3100 ਜੀ। ਕੀ 3100 ਰੁਪਏ ਮਹੀਨੇ ਦੀ ਇਨਕਮ ਨਾਲ ਜੇ ਉਹਨੂੰ ਠੀਕ ਮੰਨ ਲਿਆ ਜਾਏ 20 ਰੁਪਏ ਦਿਹਾੜੀ ਹੋ ਗਈ, ਇਹ ਭਾਰਤ ਸਰਕਾਰ ਦਾ ਡਾਟਾ ਜੀ। ਉਹਨਾਂ ਦੇ ਜੇ ਉਹਨੂੰ ਵੀ ਠੀਕ ਮੰਨ ਲਿਆ ਜਾਏ ਕਿ ਇੰਨੇ ਨਾਲ ਇੱਕ ਕਿਸਾਨ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਦੇ ਸਕਦਾ ਹੈ, ਸਿਹਤ ਸੇਵਾਵਾਂ ਦੇ ਸਕਦਾ ਹੈ, ਉਹਨਾਂ ਨੂੰ ਪਾਲ ਸਕਦਾ ਹੈ, ਚੰਗੀ ਖੁਰਾਕ ਦੇ ਸਕਦਾ ਹੈ, ਕੀ ਉਹ ਸਰਵਾਈਵ ਕਰ ਸਕਦਾ ਜੀ? ਮੈਂ ਪੁੱਛਦਾ ਵੀ ਸਰਕਾਰ ਕਿਸਾਨ ਨੂੰ ਕੀ ਸਮਝਦੀ ਹੈ? ਇਸ ਦੇਸ਼ ਦਾ ਸ਼ਹਿਰੀ ਨਹੀਂ ਸਮਝਦੀ। ਹਰ 10 ਸਾਲਾਂ ਬਾਅਦ ਸਾਡੀ ਕੁੱਲ ਆਬਾਦੀ ਦਾ ਅਰਾਊਂਡ ਅਬਾਊਟ 3% ਪੋਪੂਲੇਸ਼ਨ ਹੈ ਜਿਹੜਾ EMPLOYEES ਨੇ, ਜਿਹੜੇ ਨੌਕਰੀ ਕਰਦੇ ਨੇ ਜੀ, ਉਹਨਾਂ ਲਈ ਹਰ 10 ਸਾਲਾਂ ਬਾਅਦ ਇੱਕ ਪੇ ਕਮਿਸ਼ਨ ਬੈਠ ਜਾਂਦਾ ਹੈ। ਹਰ 6 ਮਹੀਨੇ ਉਹਨਾਂ ਦੇ ਪੇ ਸਕੇਲ ਰਿਵਾਈਜ਼ ਹੋ ਜਾਂਦੇ ਨੇ, ਹਰ 6 ਮਹੀਨੇ ਉਹਨਾਂ ਦੇ ਡੀਅਰਨੈਸ ਅਲਾਊਂਸ ਤੇ ਗੌਰ ਹੋ ਜਾਂਦੀ ਹੈ, ਉਹ ਵੱਧ ਜਾਂਦਾ ਹੈ। ਤੇ ਕਿਉਂ ਨਹੀਂ, ਜਿਸ ਤਰ੍ਹਾਂ ਦੁਨੀਆ ਦੇ ਬਾਕੀ ਦੇਸ਼ਾਂ ਦੇ ਵਿੱਚ ਇੱਕ ਸੋਸ਼ਲ ਸਿਕਿਉਰਿਟੀ ਫੰਡ ਕ੍ਰੀਏਟ ਕੀਤਾ ਜਾਏ, ਇੱਥੇ ਦੇ ਕਿਸਾਨ ਨੂੰ ਜਾਂ ਤਾਂ ਨਾਲ ਕੋਈ ਉਹਦੇ ਘਰ ਦੇ ਨੇੜੇ, ਕਿਉਂਕਿ 5 ਏਕੜ ਤੇ ਇੱਕ ਆਦਮੀ ਦੀ ਲੇਬਰ ਜੋਗਾ ਕੰਮ ਹੈ ਨਹੀਂ, ਘੱਟ ਕੰਮ ਹੈ, ਉਹਦੀ ਬਾਕੀ ਜਿਹੜੀ ਤਾਕਤ ਆ ਉਹਨੂੰ ਔਰ ਉਹਦੀ ਇਨਕਮ ਨੂੰ ਕੰਪਨਸੇਟ ਕਰਨ ਵਾਸਤੇ ਜਿਹੜੀ ਐਗਰੋ ਪ੍ਰੋਸੈਸਿੰਗ ਇੰਡਸਟਰੀ ਹਰ ਪਿੰਡ 'ਚ ਹੋਵੇ, ਉੱਥੇ ਉਹਨੂੰ ਰੁਜ਼ਗਾਰ ਮਿਲੇ, ਲਾਜ਼ਮੀ ਕਰਾਰ ਦਿੱਤਾ ਜਾਏ ਵੀ ਉਸ ਪਿੰਡ ਦੀ ਪੋਪੂਲੇਸ਼ਨ ਨੂੰ ਰੁਜ਼ਗਾਰ ਦੇਗਾ ਉਹ ਫੈਕਟਰੀ ਵਾਲਾ, ਜਾਂ ਫਾਰਮਰਸ ਇਨਕਮ ਕਮਿਸ਼ਨ ਬਣਾ ਕੇ ਇਹ ਤੈਅ ਕੀਤਾ ਜਾਏ ਵੀ ਮਿਨੀਮਮ ਕਿੰਨੇ ਪੈਸੇ ਇੱਕ ਬੰਦੇ ਨੂੰ ਸਰਵਾਈਵ ਕਰਨ ਲਈ ਚਾਹੀਦੇ ਨੇ, ਉਹ ਸੋਸ਼ਲ ਸਿਕਿਉਰਿਟੀ ਫੰਡ 'ਚੋਂ ਸਰਕਾਰ ਦੇਵੇ। ਫਿਰ ਤਾਂ ਜੋ ਮਰਜ਼ੀ ਕਰੇ ਉਹ, ਪਰ ਇੱਕ ਤਰਫਾ ਅਟੈਕ ਕਰੀ ਜਾਣਾ, ਕਿਸਾਨ ਨੂੰ ਨਾ ਉਹ ਐਜੂਕੇਸ਼ਨ ਉਹਦੇ ਪੱਲੇ ਰਹੀ, ਨਾ ਉਹਦੇ ਇਕਨੋਮੀ ਪੱਲੇ ਰਹੀ, ਨਾ ਉਹ ਕਿਤੇ ਸੋਸ਼ਲ ਰਿਸਪੌਂਸਿਬਿਲਿਟੀਜ਼ ਨਿਭਾਉਣ ਜੋਗਾ ਰਿਹਾ, ਇਹ ਤਾਂ ਬਹੁਤ ਵੱਡਾ ਧੱਕਾ ਹੈ ਜੀ। ਮੈਨੂੰ ਲੱਗਦਾ ਕਿ ਵੀ ਜਿਹੜਾ ਤੁਸੀਂ ਆਖਰੀ ਸ਼ਬਦ ਵਰਤਿਆ ਕਿ ਵੀ ਬਹੁਤ ਵੱਡਾ ਧੱਕਾ ਹੈ, ਇਹਦੇ ਨਾਲ ਹੀ ਆਪਾਂ ਅੱਜ ਦਾ ਪ੍ਰੋਗਰਾਮ ਖਤਮ ਕਰਦੇ ਹਾਂ। ਤੁਸੀਂ ਸਾਰੇ ਅੱਜ ਦੀ ਚਰਚਾ ਸ਼ਾਮਿਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡੇ ਮੁਲਕ ਦੇ ਅਰਥਚਾਰੇ ਵਿੱਚ ਖੇਤੀ ਦਾ ਹਿੱਸਾ ਲਗਾਤਾਰ ਘਟ ਰਿਹਾ ਹੈ, ਪਰ ਇਸ ਦੀ ਅਹਿਮੀਅਤ ਲਗਾਤਾਰ ਵੱਧ ਰਹੀ ਹੈ। ਖੇਤੀ ਨਾਲ ਰੁਜ਼ਗਾਰ ਤੋਂ ਲੈ ਕੇ ਅੰਨ ਸੁਰੱਖਿਆ ਵਰਗੇ ਅਹਿਮ ਮਸਲੇ ਜੁੜੇ ਹੋਏ ਨੇ। ਮੌਜੂਦਾ ਖੇਤੀ ਸੰਕਟ ਅਤੇ ਮਹਿੰਗਾਈ ਨੂੰ ਵੇਖਦੇ ਹੋਏ ਖੇਤੀ ਉਪਜ ਦੀ ਕੀਮਤ ਲਾਹੇਵੰਦ ਤਾਂ ਹੋਣੀ ਹੀ ਚਾਹੀਦੀ ਹੈ। ਇਸ ਤੋਂ ਬਿਨਾਂ ਕਿਸਾਨੀ ਦਾ ਉਤਸ਼ਾਹ ਕਾਇਮ ਨਹੀਂ ਰੱਖਿਆ ਜਾ ਸਕਦਾ। ਕਿਸਾਨ ਅਤੇ ਖਪਤਕਾਰ ਇਸ ਮਸਲੇ ਦੇ ਦੋ ਸਿਰੇ ਨੇ, ਇਹਨਾਂ ਵਿੱਚ ਸੁਮੇਲ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ। ਨਮਸਕਾਰ, ਸਤਿ ਸ੍ਰੀ ਅਕਾਲ, ਖੁਦਾ ਹਾਫਿਜ਼। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।